ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਅਗਲਾ ਕਨਸੈਪਟ ਜਿਹੜਾ ਕਵਰ ਕਰਾਂਗੇ ਉਹ ਹੈ ਮਹਾਤਮਾ ਗਾਂਧੀ ਕੌਮੀ ਦਿਹਾਂਤੀ ਰੁਜ਼ਗਾਰ ਗਰੰਟੀ ਐਕਟ, ਜਿਸ ਨੂੰ ਅਸੀਂ MG ਨਰੇਗਾ ਕਹਿੰਦੇ ਹਾਂ। ਮਹਾਤਮਾ ਗਾਂਧੀ ਨੈਸ਼ਨਲ ਇੰਪਲੋਇਮੈਂਟ ਗਰੰਟੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਜਿਹੜੇ ਨੇ ਉਹ ਆਪਣੇ ਫਰੈਂਡ ਸਰਕਲ ਦੇ ਵਿੱਚ ਕਲਾਸਮੇਟਸ ਦੇ ਨਾਲ ਸ਼ੇਅਰ ਕਰਦੇ ਰਿਹਾ ਕਰੋ, ਤਾਂ ਕਿ ਉਹਨਾਂ ਨੂੰ ਵੀ ਫ੍ਰੀ ਦੇ ਵਿੱਚ ਬਿਨਾਂ ਕੋਈ ਪੈਸਾ ਖਰਚ ਕੀਤੇ ਟਿਊਸ਼ਨ ਕਲਾਸਿਸ ਦੀ ਫੈਸਿਲਿਟੀ ਮਿਲ ਸਕੇ। ਹਾਂਜੀ, ਹੁਣ ਅੱਗੇ ਅਸੀਂ ਲੈਕਚਰ ਸ਼ੁਰੂ ਕਰਦੇ ਹਾਂ। ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਐਕਟ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਮਹਾਤਮਾ ਗਾਂਧੀ ਰੁਜ਼ਗਾਰ ਐਕਟ 7 ਸਤੰਬਰ 2005 ਨੂੰ ਘੋਸ਼ਿਤ ਕੀਤਾ ਗਿਆ ਅਤੇ 2 ਫਰਵਰੀ 2006 ਨੂੰ ਇਸ ਨੂੰ 200 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ। 1 ਅਪ੍ਰੈਲ 2007 ਨੂੰ 113 ਹੋਰ ਜ਼ਿਲ੍ਹਿਆਂ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ, ਪਰ ਹੁਣ ਇਹ ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਪਾਇਆ ਜਾਣ ਲੱਗਾ ਸੀ। ਭਾਵ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਖੇਤਰ ਸੀ ਇੰਡੀਆ ਦਾ, ਸਭ ਥਾਂ 'ਤੇ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਐਕਟ ਲਾਗੂ ਕਰ ਦਿੱਤਾ ਗਿਆ ਸੀ। ਦਿਹਾਤੀ ਖੇਤਰ ਦੇ ਗਰੀਬਾਂ, ਮੁੱਖ ਤੌਰ 'ਤੇ ਪਛੜੇ ਵਰਗ, ਔਰਤਾਂ ਅਤੇ ਵਿਕਲਾਂਗਾਂ ਦੇ ਸਰਬਪੱਖੀ ਵਿਕਾਸ ਅਤੇ ਪਿੰਡ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ, ਆਮਦਨ ਵਧਾਉਣਾ ਅਰਥਾਤ ਗਰੀਬੀ ਦੂਰ ਕਰਨ ਲਈ ਸਮੇਂ-ਸਮੇਂ 'ਤੇ ਸਰਕਾਰ ਵੱਲੋਂ ਕਈ ਯੋਜਨਾਵਾਂ ਅਤੇ ਪ੍ਰੋਗਰਾਮ ਆਰੰਭ ਕੀਤੇ ਗਏ ਸਨ, ਜਿਵੇਂ ਕਿ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ। ਸੈਕਿੰਡ, ਪੇਂਡੂ ਭੂਮੀਹੀਨ ਰੋਜ਼ਗਾਰ ਗਰੰਟੀ ਪ੍ਰੋਗਰਾਮ। ਥਰਡ, ਸੰਪੂਰਨ ਪੇਂਡੂ ਪ੍ਰੋਗਰਾਮ ਯੋਜਨਾ। ਥਰਡ, ਜਵਾਹਰ ਰੋਜ਼ਗਾਰ ਯੋਜਨਾ। ਫਿਫਥ, ਕੌਮੀ ਰਾਸ਼ਟਰੀ ਆਹਾਰ ਯੋਜਨਾ। ਸਿਕਸਥ, ਕੌਮੀ ਪੇਂਡੂ ਰੋਜ਼ਗਾਰ ਪ੍ਰੋਗਰਾਮ। ਇਹ ਵੱਖ-ਵੱਖ ਪ੍ਰੋਗਰਾਮ ਸੀ ਜਿਹੜੇ ਕਿ ਵੱਖ-ਵੱਖ ਸਮੇਂ 'ਤੇ ਸ਼ੁਰੂ ਕੀਤੇ ਗਏ ਸਨ। ਇਹ ਐਕਟ ਸਿਰਫ ਪੇਂਡੂ ਇਲਾਕਿਆਂ ਲਈ ਲਾਗੂ ਕੀਤਾ ਗਿਆ ਸੀ। ਇਸ ਐਕਟ ਦਾ ਉਦੇਸ਼ ਹੈ ਕਿ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਦੇ ਇੱਕ ਬਾਲਗ ਮੈਂਬਰ ਨੂੰ ਜੋ ਘੱਟੋ ਘੱਟ ਉਜਰਤ ਲੈ ਕੇ ਜਿਸਮਾਨੀ ਕਿਰਤ ਲਈ ਸਹਿਮਤ ਹੋਵੇ ਨੂੰ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ। ਭਾਵ ਇਸ ਐਕਟ ਦੇ ਅਧੀਨ ਇਹ ਸੀ ਕਿ ਜਿਹੜਾ ਪਿੰਡਾਂ ਦਾ ਏਰੀਆ ਹੈਗਾ, ਪਿੰਡ ਹੈਗੇ ਨੇ ਇੰਡੀਆ ਦੇ, ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਪਰਿਵਾਰਾਂ ਦੇ ਮੈਂਬਰ ਜੋ ਕਿ ਘੱਟ ਤੋਂ ਘੱਟ ਉਜਰਤ ਲੈ ਕੇ ਮਿਹਨਤ ਕਰਕੇ ਕਿਰਤ ਕਰਨ ਦੇ ਲਈ ਸਹਿਮਤ ਹੋਵੇ, ਕੰਮ ਕਰਨਾ ਚਾਹੁੰਦਾ ਹੋਵੇ, ਉਸ ਨੂੰ 100 ਦਿਨ ਦਾ ਰੁਜ਼ਗਾਰ ਇਸ ਐਕਟ ਦੇ ਅਧੀਨ ਦਿੱਤਾ ਜਾਵੇਗਾ। ਅੱਗੇ ਅਸੀਂ ਦੇਖਦੇ ਹਾਂ ਐਕਟ ਦੇ ਮੰਤਵ, ਉਦੇਸ਼। ਨੰਬਰ 1, ਰੁਜ਼ਗਾਰ ਦੇ ਮੌਕੇ ਮੁਹੱਈਆ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ। ਭਾਵ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ। ਸੈਕਿੰਡ, ਚਿਰ ਸਥਾਈ ਸਾਧਨਾਂ ਦਾ ਨਿਰਮਾਣ, ਬਿਹਤਰ ਪਾਣੀ ਸਪਲਾਈ, ਭੂਮੀ ਸੰਭਾਲ ਅਤੇ ਜ਼ਮੀਨ ਦੀ ਉਤਪਾਦਕਤਾ ਵਧਾ ਕੇ ਪੇਂਡੂ ਗਰੀਬਾਂ ਦੀ ਉਪਜੀਵਕਾ ਦੀ ਜਾਮਨੀ ਨੂੰ ਯਕੀਨੀ ਬਣਾਉਣਾ। ਭਾਵ ਉਪਜੀਵਕਾ ਵਧਾ ਕੇ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ 'ਤੇ ਜ਼ੋਰ ਦੇਣਾ।
ਥਰਡ, ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਸੋਕੇ ਦੀ ਰੋਕਥਾਮ ਅਤੇ ਹੜ੍ਹਾਂ ਦੀ ਵਧੀਆ ਬੰਦੋਬਸਤ ਕਰਨ ਲਈ ਪ੍ਰਬੰਧ ਕਰਨਾ। ਫੋਰਥ, ਅਧਿਕਾਰਾਂ ਉੱਤੇ ਆਧਾਰਿਤ ਕਾਨੂੰਨਾਂ ਦੀਆਂ ਪ੍ਰਕਿਰਿਆਵਾਂ ਰਾਹੀਂ ਪਛੜੇ ਲੋਕਾਂ, ਵਿਸ਼ੇਸ਼ ਕਰਕੇ ਔਰਤਾਂ, ਪਛੜੀਆਂ ਜਾਤਾਂ ਅਤੇ ਪਛੜੇ ਕਬੀਲਿਆਂ ਦੇ ਸ਼ਕਤੀਕਰਨ ਵਿੱਚ ਸਹਾਇਤਾ ਕਰਨਾ। ਫਿਫਥ, ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਪ੍ਰਜਾਤੰਤਰ ਪ੍ਰਣਾਲੀ ਸਥਾਪਿਤ ਕਰਨਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਕੁਝ ਉਦੇਸ਼ ਅਤੇ ਮੰਤਵ ਰੱਖੇ ਗਏ ਸੀਗੇ ਇਸ ਐਕਟ ਦੇ। ਭਾਵ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ, ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਪੇਂਡੂ ਖੇਤਰ ਦਾ ਵਿਕਾਸ ਕਰਨਾ, ਚੰਗੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨਾ, ਭੂਮੀ ਦੀ ਸੰਭਾਲ ਵੱਲ ਧਿਆਨ ਦੇਣਾ ਆਦਿ। ਇਸ ਤਰ੍ਹਾਂ ਅੱਗੇ ਅਸੀਂ ਦੇਖਦੇ ਹਾਂ ਐਕਟ ਦੇ ਤਹਿਤ ਕੀਤੇ ਜਾਣ ਵਾਲੇ ਕਾਰਜ। ਇਸ ਐਕਟ ਦੀ ਪਹਿਲੀ ਮੱਦ ਵਿੱਚ ਹੇਠ ਲਿਖੇ 8 ਤਰ੍ਹਾਂ ਦੇ ਕੰਮ ਹਨ ਜੋ ਕਿ ਪੇਂਡੂ ਇਲਾਕਿਆਂ ਵਿੱਚ ਕੀਤੇ ਜਾਣਗੇ। ਇਸ ਐਕਟ ਦੇ ਅਧੀਨ 8 ਤਰ੍ਹਾਂ ਦੇ ਕੰਮਾਂ ਨੂੰ ਯਕੀਨੀ ਬਣਾਇਆ ਗਿਆ। ਨੰਬਰ 1, ਪਾਣੀ ਸੰਭਾਲ ਅਤੇ ਪਾਣੀ ਦੀ ਖੇਤੀ। ਨੰਬਰ 2, ਸੋਕੇ ਦੀ ਰੋਕਥਾਮ। ਨੰਬਰ 3, ਸਿੰਚਾਈ, ਨਹਿਰ ਨਾਲ ਸੰਬੰਧਿਤ ਛੋਟੇ ਵੱਡੇ ਕੰਮ। ਨੰਬਰ 4, ਜ਼ਮੀਨੀ ਨਿਕਾਸ। ਨੰਬਰ 5, ਹੜ੍ਹ ਕੰਟਰੋਲ। ਨੰਬਰ 6, ਰਸਤੇ ਤਿਆਰ ਕਰਨਾ, ਟੁੱਟੀਆਂ ਸੜਕਾਂ ਬਣਾਉਣਾ ਆਦਿ। ਨੰਬਰ 7, ਸਿੰਚਾਈ ਸਹੂਲਤਾਂ ਦਾ ਪ੍ਰਬੰਧ ਕਰਨਾ। ਨੰਬਰ 8, ਤਲਾਬਾਂ, ਛੱਪੜਾਂ ਆਦਿ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਕਰਨਾ। ਇਹ ਵੱਖ-ਵੱਖ ਤਰ੍ਹਾਂ ਦੇ ਕੰਮ ਜਿਹੜੇ ਕਿ ਇਸ ਐਕਟ ਦੇ ਅਧੀਨ ਕੀਤੇ ਜਾਣੇ ਹਨ। ਅਸੀਂ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਦੇਖਦੇ ਹਾਂ ਇਸ ਤਰ੍ਹਾਂ ਦੇ ਕੰਮ ਨਰੇਗਾ ਮਜ਼ਦੂਰਾਂ ਵੱਲੋਂ ਕੀਤੇ ਜਾਂਦੇ ਨੇ। ਨਰੇਗਾ ਦੇ ਅਧੀਨ ਜਿਸ ਕਿਸੇ ਨੂੰ ਵੀ ਕੰਮ ਮਿਲਦਾ ਹੈ ਉਹ ਇਸ ਤਰ੍ਹਾਂ ਦੇ ਵੱਖ-ਵੱਖ ਕੰਮਾਂ ਦੇ ਵਿੱਚੋਂ ਕੋਈ ਵੀ ਇੱਕ ਕੰਮ ਹੋ ਸਕਦਾ ਹੈ। ਅਗਲਾ ਹੈਗਾ ਐਕਟ ਦੇ ਵਿਸ਼ੇਸ਼ ਲੱਛਣ। ਐਕਟ ਦੇ ਵਿਸ਼ੇਸ਼ ਲੱਛਣ ਕੀ ਨੇ? ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਐਕਟ ਬਣਿਆ ਹੈ? ਨੰਬਰ 1, ਪੰਜੀਕਰਨ। ਪਿੰਡ ਦੀ ਪੰਚਾਇਤ ਕੋਲ ਆਪਣਾ ਨਾਮ ਦਰਜ ਕਰਵਾਉਣ 'ਤੇ ਬੇਨਤੀ ਕਰਨੀ। ਨਾਮ 5 ਸਾਲ ਵਿੱਚ ਇੱਕ ਵਾਰ ਦਰਜ ਕਰਾਉਣਾ। ਰੋਜ਼ਗਾਰ ਕਾਰਡ ਜਾਰੀ ਕਰਵਾਉਣਾ। ਮਾਲੀ ਸਾਲ 1 ਅਪ੍ਰੈਲ ਤੋਂ ਆਰੰਭ ਹੁੰਦਾ ਹੈ। ਹਰੇਕ ਪਰਿਵਾਰ ਨੂੰ 12 ਮਹੀਨਿਆਂ ਲਈ 100 ਦਿਨ ਦਾ ਕੰਮ ਇਸ ਐਕਟ ਦੇ ਅਧੀਨ ਦਿੱਤਾ ਜਾਵੇਗਾ। ਇਸ ਦੇ ਲਈ ਕੀ ਕਰਨਾ ਹੋਏਗਾ? ਪੰਚਾਇਤ ਦੇ ਕੋਲ ਜਾ ਕੇ ਆਪਣਾ ਨਾਂ ਦਰਜ ਕਰਵਾਉਣਾ ਹੋਏਗਾ। 1 ਸਾਲ ਦੇ ਵਿੱਚ 100 ਦਿਨ ਦਾ ਕੰਮ ਦੇਣ ਦੀ ਗਰੰਟੀ ਇਸ ਐਕਟ ਦੇ ਅਧੀਨ ਦਿੱਤੀ ਜਾਂਦੀ ਹੈ। ਇੱਕ ਵਿਅਕਤੀ ਨੂੰ ਇਸ ਐਕਟ ਦੇ ਅਧੀਨ 100 ਦਿਨ ਦਾ ਹੀ ਕੰਮ ਮਿਲੇਗਾ। ਨੈਕਸਟ, ਰੋਜ਼ਗਾਰ ਕਾਰਡ। ਰੋਜ਼ਗਾਰ ਕਾਰਡ ਰੋਜ਼ਗਾਰ ਦੀ ਮੰਗ ਕਰਨ ਲਈ ਸ਼ਨਾਖਤ ਦਾ ਆਧਾਰ ਬਣ ਜਾਂਦਾ ਹੈ। ਜੋ ਵੀ ਵਿਅਕਤੀ ਇਸ ਐਕਟ ਦੇ ਅਧੀਨ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਇੱਕ ਰੋਜ਼ਗਾਰ ਕਾਰਡ ਦਿੱਤਾ ਜਾਂਦਾ ਹੈ। ਇਸ ਤੋਂ ਛੁੱਟ ਇਸ ਵਿੱਚ ਮਜ਼ਦੂਰ ਵੱਲੋਂ ਕੀਤੇ ਗਏ ਕੰਮ ਦੇ ਦਿਨ ਆਦਿ ਦਾ ਲਿਖਤੀ ਵੇਰਵਾ ਵੀ ਦਰਜ ਹੁੰਦਾ ਹੈ ਅਤੇ ਇਹ ਹਿਸਾਬ ਕਿਤਾਬ ਮਜ਼ਦੂਰ ਕੋਲ ਰਹਿੰਦਾ ਹੈ। ਇਸ ਤਰ੍ਹਾਂ ਮਜ਼ਦੂਰ ਨੂੰ ਆਪਣੀਆਂ ਦਿਹਾੜੀਆਂ ਆਦਿ ਦੀ ਗਿਣਤੀ ਲਈ ਕਿਸੇ ਦੀ ਮੁਹਤਾਜੀ ਨਹੀਂ ਕਰਨੀ ਪੈਂਦੀ। ਰੋਜ਼ਗਾਰ ਕਾਰਡ ਵਿੱਚ ਘੱਟੋ ਘੱਟ 5 ਸਾਲ ਤੱਕ ਵੈਲਿਡ ਹੁੰਦਾ ਹੈ। 5 ਸਾਲ ਲਈ ਇੱਕ ਰੋਜ਼ਗਾਰ ਕਾਰਡ ਬਣਦਾ ਹੈ। ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਰੀਨਿਊ ਕਰਾਉਣਾ ਹੁੰਦਾ ਹੈ। ਰੋਜ਼ਗਾਰ ਕਾਰਡ ਦੇ ਅਧੀਨ ਜਾਂ ਰੋਜ਼ਗਾਰ ਕਾਰਡ ਦੇ ਆਧਾਰ 'ਤੇ ਹੀ ਜੋ ਵਿਅਕਤੀ ਮਨਰੇਗਾ ਦੇ ਅਧੀਨ ਕੰਮ ਕਰਨਾ ਚਾਹੁੰਦਾ ਹੈ ਇਸ ਕਾਰਡ ਦੇ ਰਾਹੀਂ ਹੀ ਉਸ ਨੂੰ ਕੰਮ ਦਿੱਤਾ ਜਾਂਦਾ ਹੈ।
ਜੇਕਰ ਕਿਸੇ ਵਿਅਕਤੀ ਕੋਲ ਰੋਜ਼ਗਾਰ ਕਾਰਡ ਨਹੀਂ ਹੋਏਗਾ, ਉਹ ਮਨਰੇਗਾ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਉਸ ਦੇ ਕੋਲ ਰੋਜ਼ਗਾਰ ਕਾਰਡ ਨਹੀਂ ਹੋਵੇਗਾ। ਇਸ ਤਰ੍ਹਾਂ ਇਹ ਇੱਕ ਜ਼ਰੂਰੀ ਸ਼ਰਤ ਹੈ ਇਸ ਐਕਟ ਦੀ। ਰੋਜ਼ਗਾਰ ਲਈ ਅਰਜ਼ੀ। ਹਰ ਵਾਰ ਕਿਰਤੀ ਨੂੰ ਰੋਜ਼ਗਾਰ ਮੰਗਣ ਤੋਂ ਪਹਿਲਾਂ ਅਰਜ਼ੀ ਦੇਣੀ ਹੁੰਦੀ ਹੈ। ਇਹ ਅਰਜ਼ੀ ਗ੍ਰਾਮ ਪੰਚਾਇਤ ਜਾਂ ਬਲਾਕ ਦਫ਼ਤਰ ਨੂੰ ਦਿੱਤੀ ਜਾਂਦੀ ਹੈ, ਜਿਸ ਵਿੱਚ ਕਿਰਤੀ ਨੂੰ ਦੱਸਣਾ ਹੁੰਦਾ ਹੈ ਕਿ ਉਸ ਨੂੰ ਕਿਸ ਸਮੇਂ ਤੋਂ ਕਿੰਨੇ ਸਮੇਂ ਲਈ ਰੋਜ਼ਗਾਰ ਦੀ ਲੋੜ ਹੈ। ਕਿਰਤੀ ਨੂੰ ਘੱਟ ਤੋਂ ਘੱਟ 144 ਦਿਨ ਲਈ ਲਗਾਤਾਰ ਕੰਮ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ। ਗ੍ਰਾਮ ਪੰਚਾਇਤ ਜਾਇਜ਼ ਬੇਨਤੀ ਨੂੰ ਮਨਜ਼ੂਰ ਕਰਕੇ ਬੇਨਤੀਕਾਰ ਨੂੰ ਤਰੀਕ ਸਮੇਤ ਰਸੀਦ ਦੇ ਦਿੰਦੀ ਹੈ ਅਤੇ ਨਾਲ ਹੀ 15 ਦਿਨਾਂ ਦੇ ਅੰਦਰ ਬੇਨਤੀਕਾਰ ਨੂੰ ਇਹ ਦੱਸੇਗੀ ਕਿ ਕਿੱਥੋਂ ਅਤੇ ਕਦੋਂ ਕੰਮ 'ਤੇ ਹਾਜ਼ਰ ਹੋਣਾ ਹੈ। ਇਸ ਤਰ੍ਹਾਂ ਜਦੋਂ ਵੀ ਕਿਸੇ ਵਿਅਕਤੀ ਨੂੰ ਰੋਜ਼ਗਾਰ ਚਾਹੀਦਾ ਹੈ, ਜਦੋਂ ਵਿਅਕਤੀ ਦਾ ਰੋਜ਼ਗਾਰ ਕਾਰਡ ਬਣ ਜਾਂਦਾ ਹੈ, ਤਾਂ ਉਸ ਨੂੰ ਕੰਮ ਕਰਨ ਲਈ ਬੇਨਤੀ ਕਰਨੀ ਹੁੰਦੀ ਹੈ, ਤਾਂ ਉਸ ਦੇ ਲਈ ਉਸਨੇ ਗ੍ਰਾਮ ਪੰਚਾਇਤ ਨੂੰ ਅਰਜ਼ੀ ਦੇਣੀ ਹੁੰਦੀ ਹੈ। ਗ੍ਰਾਮ ਪੰਚਾਇਤ ਦਾ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ 15 ਦਿਨਾਂ ਦੇ ਵਿੱਚ ਵਿਅਕਤੀ ਨੂੰ ਕੰਮ ਮੁਹੱਈਆ ਕਰਵਾਵੇ। ਨੈਕਸਟ ਹੈ ਬੇਰੁਜ਼ਗਾਰੀ ਭੱਤਾ, ਜਿਸ ਨੂੰ ਅਨਇੰਪਲੋਇਮੈਂਟ ਅਲਾਊਂਸ ਕਿਹਾ ਜਾਂਦਾ ਹੈ। ਕੋਈ ਵੀ ਵਿਅਕਤੀ ਜਿਸ ਨੇ ਕੰਮ ਕਰਨ ਲਈ ਅਰਜ਼ੀ ਦਿੱਤੀ ਹੈ, ਉਸ ਵਿਅਕਤੀ ਨੂੰ 15 ਦਿਨਾਂ ਦੇ ਅੰਦਰ ਕੰਮ ਨਾ ਮਿਲੇ ਤਾਂ ਉਹ ਬੇਰੁਜ਼ਗਾਰ ਭੱਤੇ ਦਾ ਹੱਕਦਾਰ ਹੈ। ਇਸ ਤਰ੍ਹਾਂ ਇਸ ਐਕਟ ਦੇ ਅਧੀਨ ਜਦੋਂ ਵੀ ਕੋਈ ਵਿਅਕਤੀ ਕੰਮ ਦੀ ਮੰਗ ਕਰਦਾ ਹੈ, ਤਾਂ ਪੰਚਾਇਤ ਲਈ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ 15 ਦਿਨਾਂ ਦੇ ਵਿੱਚ ਉਸ ਨੂੰ ਕੰਮ 'ਤੇ ਲਗਾਵੇ। ਜੇਕਰ ਕਿਸੇ ਕੰਡੀਸ਼ਨ ਦੇ ਵਿੱਚ ਪੰਚਾਇਤ 15 ਦਿਨਾਂ ਦੇ ਵਿੱਚ ਕੰਮ 'ਤੇ ਨਹੀਂ ਲਗਾ ਸਕਦੀ, ਤਾਂ ਉਸ ਦੀ ਵਿਅਕਤੀ ਨੂੰ ਅਨਇੰਪਲੋਇਮੈਂਟ ਅਲਾਊਂਸ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਨੈਕਸਟ ਹੈਗਾ ਕੰਮ ਦਾ ਪ੍ਰਾਵਧਾਨ। ਜਦੋਂ ਕਿਸੇ ਕਿਰਤੀ ਦਾ ਕੰਮ ਨਿਸ਼ਚਿਤ ਕੀਤਾ ਜਾਂਦਾ ਹੈ, ਤਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਜਿਹੜਾ ਹੈਗਾ ਉਸ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਰੋਜ਼ਗਾਰ ਮੰਗਣ ਲਈ ਬੇਨਤੀ ਕਰਨ ਵਾਲੇ ਨੂੰ ਕੰਮ ਉਸ ਦੀ ਰਿਹਾਇਸ਼ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਹੀ ਮਿਲਣਾ ਚਾਹੀਦਾ ਹੈ ਅਤੇ ਉਸ ਦੇ ਬਲਾਕ ਵਿੱਚ ਹੀ ਹੋਣਾ ਚਾਹੀਦਾ ਹੈ। ਜੇ 5 ਕਿਲੋਮੀਟਰ ਤੋਂ ਦੂਰ ਰੋਜ਼ਗਾਰ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਯਾਤਰਾ ਭੱਤਾ ਦੇਣਾ ਪਵੇਗਾ। ਇਸ ਤਰ੍ਹਾਂ ਜਦੋਂ ਕਿਸੇ ਵਿਅਕਤੀ ਨੂੰ ਕੰਮ ਦਿੱਤਾ ਜਾਂਦਾ ਹੈ, ਤਾਂ ਉਹ 5 ਕਿਲੋਮੀਟਰ ਦੇ ਅੰਦਰ ਹੀ ਦਿੱਤਾ ਜਾਂਦਾ ਹੈ। ਜੇਕਰ 5 ਕਿਲੋਮੀਟਰ ਤੋਂ ਜ਼ਿਆਦਾ ਦੂਰ ਜਾ ਕੇ ਉਹ ਕੰਮ ਕਰ ਰਹੇ ਆ, ਤਾਂ ਉਸ ਨੂੰ ਆਉਣ ਜਾਣ ਦਾ ਖਰਚਾ ਵੀ ਨਾਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੰਮ ਦੇਣ ਸਮੇਂ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਇਸ ਦੇ ਵਿੱਚ ਘੱਟ ਤੋਂ ਘੱਟ 1/3 ਔਰਤਾਂ ਹੋਣੀਆਂ ਚਾਹੀਦੀਆਂ ਨੇ। 33% ਔਰਤਾਂ ਲਈ ਰਿਜ਼ਰਵੇਸ਼ਨ ਰੱਖੀ ਗਈ ਹੈ। ਜੇਕਰ 33% ਔਰਤਾਂ ਨਹੀਂ ਹੈਗੀਆਂ, ਤਾਂ ਉਹ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ। ਨੈਕਸਟ ਹੈਗਾ ਉਜਰਤ। ਰਾਜ ਦੇ ਖੇਤ ਮਜ਼ਦੂਰ ਨੂੰ ਦਿੱਤੀ ਜਾਣ ਵਾਲੀ ਘੱਟੋ ਘੱਟ ਮਜ਼ਦੂਰੀ ਹੀ ਇਸ ਐਕਟ ਤਹਿਤ ਦਿੱਤੀ ਜਾਵੇਗੀ, ਬਸ਼ਰਤੇ ਇਸ ਦੇ ਕਿ ਕੇਂਦਰ ਦੀ ਸਰਕਾਰ ਮਜ਼ਦੂਰੀ ਦੀ ਕੋਈ ਹੋਰ ਦਰ ਘੋਸ਼ਿਤ ਨਾ ਕਰੇ। ਕੇਂਦਰ ਦੀ ਸਰਕਾਰ ਦੀ ਮਜ਼ਦੂਰੀ ਦੀ ਦਰ ਦੀ ਨਵੀਂ ਘੋਸ਼ਣਾ ਹਰ ਹਾਲਤ ਵਿੱਚ 60 ਰੁਪਏ ਹੋਣੀ ਚਾਹੀਦੀ ਹੈ। ਮਜ਼ਦੂਰੀ ਹਫ਼ਤੇ ਜਾਂ 15 ਦਿਨ ਵਿੱਚ ਦਿੱਤੀ ਜਾਣੀ ਜ਼ਰੂਰੀ ਹੈ। ਮਜ਼ਦੂਰੀ ਦਾ 25% ਭੁਗਤਾਨ ਨਕਦ ਕਰਨਾ ਜ਼ਰੂਰੀ ਹੈ। ਨੈਕਸਟ ਹੈਗਾ ਲਾਗਤ ਦੀ ਵੰਡ। ਕੇਂਦਰ ਸਰਕਾਰ ਨੂੰ ਮਜ਼ਦੂਰੀ ਅਤੇ ਕੱਚੇ ਮਾਲ ਦੀ ਲਾਗਤ ਦਾ
75% ਹਿੱਸਾ ਅਦਾ ਕਰਨਾ ਪਵੇਗਾ। ਰਾਜ ਸਰਕਾਰ ਬੇਰੁਜ਼ਗਾਰੀ ਭੱਤੇ ਅਤੇ ਕੱਚੇ ਮਾਲ ਦੀ ਲਾਗਤ ਦਾ 25% ਹਿੱਸਾ ਅਦਾ ਕਰਨਗੀਆਂ। ਇਸ ਤਰ੍ਹਾਂ ਜੋ ਵੀ ਲਾਗਤ ਆਉਂਦੀ ਹੈ ਉਸ ਦੇ ਲਈ 75% ਖਰਚਾ ਕੇਂਦਰ ਸਰਕਾਰ ਕਰਦੀ ਹੈ ਅਤੇ 25% ਰਾਜ ਦੀਆਂ ਸਰਕਾਰਾਂ ਕਰਦੀਆਂ ਹਨ। ਨੈਕਸਟ ਹੈਗਾ ਕੰਮ ਦੀ ਥਾਂ 'ਤੇ ਪ੍ਰਬੰਧ। ਇਸ ਐਕਟ ਤਹਿਤ ਕਿਰਤੀਆਂ ਨੂੰ ਸਿੱਧਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਸਪਸ਼ਟ ਕਿਹਾ ਗਿਆ ਹੈ ਕਿ ਵੱਖ-ਵੱਖ ਕੰਮਾਂ ਸੰਬੰਧੀ ਬਣਾਏ ਗਏ ਪ੍ਰੋਜੈਕਟਾਂ ਦੇ ਅਮਲ ਕਰਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਇਜਾਜ਼ਤ ਨਹੀਂ। ਮੁੱਢ ਵਿੱਚ ਅਮਲ ਕਰਾਉਣ ਦਾ ਕੰਮ ਪਿੰਡ ਦੀਆਂ ਪੰਚਾਇਤਾਂ ਕਰਨਗੀਆਂ। ਇਸ ਤੋਂ ਛੁੱਟ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਲੋਕ ਨਿਰਮਾਣ ਵਿਭਾਗ, ਜੰਗਲਾਤ ਵਿਭਾਗ ਅਤੇ ਸਿੰਚਾਈ ਵਿਭਾਗ ਆਦਿ ਗੈਰ ਸਰਕਾਰੀ ਸੰਗਠਨ ਵੀ ਇਸ ਕੰਮ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਐਕਟ ਦਾ ਮੁੱਖ ਉਦੇਸ਼ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਕੇ ਮਜ਼ਦੂਰੀ ਮੁਹੱਈਆ ਕਰਾਉਣਾ ਹੈ। ਸਮੱਗਰੀ ਦੀ ਲਾਗਤ ਦਾ 1/4 ਹਿੱਸਾ ਤੇ ਬੇਰੁਜ਼ਗਾਰੀ ਭੱਤਾ ਰਾਜ ਸਰਕਾਰ ਦੇਵੇਗੀ। ਕੰਮ ਵਾਲੀ ਥਾਂ 'ਤੇ ਪੀਣ ਵਾਲਾ ਪਾਣੀ, ਆਰਾਮ ਕਰਨ ਲਈ ਛਾਂ, ਲੋੜ ਅਨੁਸਾਰ ਇਲਾਜ, ਬੱਚਿਆਂ ਦੀ ਦੇਖਭਾਲ ਕਰਨ ਦਾ ਪ੍ਰਬੰਧ ਆਦਿ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਨੇ। ਇਸ ਐਕਟ ਦੇ ਅਧੀਨ ਜਦੋਂ ਵੀ ਸਾਈਟ 'ਤੇ ਮਜ਼ਦੂਰ ਕੰਮ ਕਰਨ ਜਾਂਦੇ ਨੇ ਤਾਂ ਉੱਥੇ ਉਹਨਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ, ਆਰਾਮ ਕਰਨ ਲਈ ਛਾਂ ਅਤੇ ਇਸ ਤੋਂ ਇਲਾਵਾ ਬੇਸਿਕ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਜੇਕਰ ਕਿਸੇ ਮਜ਼ਦੂਰ ਦੇ ਨਾਲ ਉੱਥੇ ਕੋਈ ਛੋਟਾ ਬੱਚਾ ਜਾ ਰਿਹਾ ਤਾਂ ਉਹਨਾਂ ਮਜ਼ਦੂਰਾਂ ਦੇ ਵਿੱਚੋਂ ਇੱਕ ਮਜ਼ਦੂਰ ਨੂੰ ਉਹਨਾਂ ਬੱਚਿਆਂ ਦੀ ਦੇਖਭਾਲ ਦੀ ਡਿਊਟੀ ਵੀ ਦਿੱਤੀ ਜਾਂਦੀ ਹੈ। ਨੈਕਸਟ ਹੈਗਾ ਵਿਉਂਤਬੰਦੀ। ਵਿੱਤੀ ਸਾਲ ਵਿੱਚ ਕਿਹੜੇ ਕੰਮ ਅਤੇ ਕਿਸ ਪ੍ਰਕਾਰ ਦੇ ਕੰਮ ਕਰਨੇ ਹਨ, ਸਾਰੇ ਫੈਸਲੇ ਲਏ ਜਾਂਦੇ ਹਨ। ਇਸ ਬਾਰੇ ਪਹਿਲਾਂ ਹੀ ਵਿਉਂਤ ਅਤੇ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਇਸ ਐਕਟ ਦੀਆਂ ਹਦਾਇਤਾਂ ਅਨੁਸਾਰ ਕਿਹੜੇ ਕੰਮ ਕਰਨੇ ਹਨ, ਕਿਹੜੇ ਸਥਾਨ ਉੱਤੇ ਆਰੰਭ ਕਰਨੇ ਹਨ ਸੰਬੰਧੀ ਸਭ ਫੈਸਲੇ ਗ੍ਰਾਮ ਸਭਾ ਦੀਆਂ ਬੈਠਕਾਂ ਵਿੱਚ ਹੀ ਲੈਣੇ ਹੁੰਦੇ ਹਨ ਅਤੇ ਗ੍ਰਾਮ ਪੰਚਾਇਤ ਦੁਆਰਾ ਇਹਨਾਂ ਫੈਸਲਿਆਂ ਦੀ ਪੁਸ਼ਟੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਜਿਹੜੇ ਕੰਮ ਬਲਾਕ ਅਤੇ ਜ਼ਿਲ੍ਹੇ ਪੱਧਰਾਂ ਨਾਲ ਜੁੜੇ ਹੋਏ ਹਨ ਉਹਨਾਂ ਦੀ ਪ੍ਰਸ਼ਾਸਨਿਕੀ ਪ੍ਰਵਾਨਗੀ ਲੈਣ ਤੋਂ ਪਹਿਲਾਂ ਗ੍ਰਾਮ ਸਭਾ ਦੁਆਰਾ ਪ੍ਰਵਾਨਿਤ ਅਤੇ ਪ੍ਰਾਥਮਿਕਤਾ ਨਿਰਧਾਰਤ ਹੋਣੀ ਚਾਹੀਦੀ ਹੈ। ਗ੍ਰਾਮ ਸਭਾ ਇਹਨਾਂ ਨੂੰ ਪ੍ਰਵਾਨ, ਸੋਧ ਜਾਂ ਰੱਦ ਕਰ ਸਕਦੀ ਹੈ। ਇਸ ਤਰ੍ਹਾਂ ਇਹ ਤਾਂ ਵਿਉਂਤਬੰਦੀ ਹੈ ਕਿ ਗ੍ਰਾਮ ਸਭਾ ਦੇ ਵਿੱਚ ਹੀ ਸਾਰੇ ਫੈਸਲੇ ਲਏ ਜਾਂਦੇ ਨੇ ਕਿ ਕਿਹੜਾ ਕੰਮ ਕੀਤਾ ਜਾਣਾ ਹੈ ਅਤੇ ਇਹਨਾਂ ਫੈਸਲਿਆਂ ਦੀ ਪੁਸ਼ਟੀ ਹੈ ਜਿਹੜੀ ਉਹ ਪੰਚਾਇਤ ਕਰਦੀ ਹੈ। ਇਸ ਤੋਂ ਅੱਗੇ ਵਿਉਂਤਬੰਦੀ ਤੋਂ ਬਾਅਦ ਨਿਰੀਖਣਾਤਮਕਤਾ। ਇਸ ਐਕਟ ਦੇ ਅਧੀਨ ਯੋਜਨਾ ਦੇ ਅਮਲ ਦਾ ਨਿਰੀਖਣ ਕਰਨ ਲਈ ਵਿਸਤ੍ਰਿਤ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਯੋਜਨਾ ਦਾ ਨਿਰੀਖਣ ਕੇਂਦਰੀ ਪੱਧਰ ਤੋਂ ਲੈ ਕੇ ਹੇਠਾਂ ਤੱਕ ਕੀਤਾ ਜਾਂਦਾ ਹੈ। ਇਹ ਐਕਟ ਹਰੇਕ ਰਾਜ ਸਰਕਾਰ ਨੂੰ ਹਦਾਇਤ ਦਿੰਦਾ ਹੈ ਕਿ ਉਹ 6 ਮਹੀਨਿਆਂ ਦੇ ਅੰਦਰ ਇੱਕ ਦਿਹਾਤੀ ਰੁਜ਼ਗਾਰ ਯੋਜਨਾਵਾਂ ਬਣਾਵੇ ਤਾਂ ਕਿ ਕੰਮ ਦੀ ਗਰੰਟੀ ਦਿੱਤੀ ਜਾ ਸਕੇ। ਐਕਟ ਕੰਮ ਦੀ ਬੁਨਿਆਦ ਰੱਖਦਾ ਹੈ। ਕੇਂਦਰ ਸਰਕਾਰ ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਰਾਜ ਸਰਕਾਰਾਂ ਗਰੰਟੀ ਯੋਜਨਾਵਾਂ ਲਾਗੂ ਕਰਦੀਆਂ ਹਨ। ਪਿੰਡ, ਤਹਿਸੀਲ ਤੇ ਜ਼ਿਲ੍ਹਾ ਪੱਧਰ ਇਹਨਾਂ ਤਿੰਨਾਂ ਪੱਧਰਾਂ ਉੱਤੇ ਪੰਚਾਇਤਾਂ ਹੀ ਫੈਸਲੇ ਲੈਣਗੀਆਂ ਅਤੇ ਲਾਗੂ ਕਰਨਗੀਆਂ। ਇਸ ਤਰ੍ਹਾਂ ਇਸ ਐਕਟ ਦੇ ਅਧੀਨ ਇਹ ਹੈ ਕਿ ਜਿਹੜੇ ਵੀ ਕੰਮ ਹਨ ਉਹ ਪੰਚਾਇਤਾਂ ਦੁਆਰਾ ਹੀ
ਕਰਵਾਏ ਜਾਣਗੇ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਐਕਟ ਦੇ ਲਾਭ, ਐਕਟ ਦੇ ਬੈਨੀਫਿਟ ਕੀ ਨੇ। ਇਸ ਐਕਟ ਨੂੰ ਜੇਕਰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਲਾਭ ਮਿਲ ਸਕਦੇ ਹਨ। ਨੰਬਰ 1, ਇਹ ਐਕਟ ਦਿਹਾਤੀ ਪਰਿਵਾਰਾਂ ਵਿੱਚੋਂ ਗਰੀਬੀ ਅਤੇ ਭੁੱਖਮਰੀ ਖਤਮ ਕਰਨ ਵਿੱਚ ਸਹਾਇਤਾ ਕਰੇਗਾ। ਦੂਜਾ, ਇਸ ਐਕਟ ਦੇ ਲਾਗੂ ਹੋਣ ਨਾਲ ਪਿੰਡਾਂ ਦੇ ਮਜ਼ਦੂਰ ਸ਼ਹਿਰਾਂ ਵਿੱਚ ਰੁਜ਼ਗਾਰ ਲੱਭਣ ਲਈ ਨਹੀਂ ਜਾਣਗੇ, ਪਿੰਡਾਂ ਵਿੱਚ ਹੀ ਰੁਜ਼ਗਾਰ ਮਿਲ ਜਾਣਗੇ ਅਤੇ ਪਿੰਡਾਂ ਵਿੱਚ ਰੁਜ਼ਗਾਰ ਮਿਲ ਜਾਣ ਕਾਰਨ ਪਿੰਡ ਤੇ ਸ਼ਹਿਰ ਵੱਲ ਜਾਣ ਦਾ ਰੁਝਾਨ ਘੱਟ ਜਾਵੇਗਾ। ਥਰਡ, ਪੇਂਡੂ ਖੇਤਰਾਂ ਵਿੱਚ ਸਾਰਥਿਕ ਸਾਧਨਾਂ ਦੀ ਸਿਰਜਣਾ ਹੋ ਸਕੇਗੀ, ਜਿਵੇਂ ਕਿ ਬਿਜਲੀ ਸਪਲਾਈ, ਪਿੰਡਾਂ ਦੀ ਸਫਾਈ, ਲੋੜੀਂਦੇ ਬੁਨਿਆਦੀ ਢਾਂਚੇ, ਪਿੰਡ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਅਤੇ ਪਾਣੀ ਦੀ ਸੰਭਾਲ ਲਈ ਵੱਖ-ਵੱਖ ਸਾਧਨਾਂ ਦੇ ਨਿਰਮਾਣ ਦੀ ਪੂਰੀ ਤਰ੍ਹਾਂ ਸੰਭਾਵਨਾ ਹੋਵੇਗੀ। ਫੋਰਥ, ਰੁਜ਼ਗਾਰ ਗਰੰਟੀ ਐਕਟ ਔਰਤਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਕੇ ਉਹਨਾਂ ਦੀ ਸਮਾਜਿਕ ਸਥਿਤੀ ਨੂੰ ਉੱਚਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਫਿਫਥ, ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਮਿਲਣ ਨਾਲ ਉਹਨਾਂ ਦੀ ਆਮਦਨ ਵਧੇਗੀ, ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਪਿੰਡ ਅਤੇ ਸ਼ਹਿਰ ਲੋਕਾਂ ਦੀ ਜੀਵਨ ਸ਼ੈਲੀ ਵਿਚਲਾ ਫਰਕ ਘਟ ਜਾਵੇਗਾ। ਸਿਕਸਥ, ਇਸ ਐਕਟ ਦਾ ਇੱਕ ਹੋਰ ਮਹੱਤਵਪੂਰਨ ਲਾਭ ਇਹ ਹੋਵੇਗਾ ਕਿ ਗੈਰ ਜਥੇਬੰਦ ਮਜ਼ਦੂਰ ਜਾਂ ਦਿਹਾੜੀਦਾਰ ਦੀ ਬੁਕਤ ਵਧੇਗੀ। ਇਸ ਤਰ੍ਹਾਂ ਇਹ ਤਾਂ ਕੁਝ ਲਾਭ ਨੇ ਜੇਕਰ ਇਹ ਐਕਟ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਜਾਂਦਾ ਹੈ। ਜੇਕਰ ਇਹ ਐਕਟ ਚੰਗੀ ਤਰ੍ਹਾਂ ਲਾਗੂ ਕੀਤਾ ਜਾਂਦਾ ਤਾਂ ਇਸ ਦੇ ਪੇਂਡੂ ਖੇਤਰ ਦੇ ਵਿੱਚ ਬਹੁਤ ਸਾਰੇ ਲਾਭ ਹੋਣਗੇ। ਇਹ ਤਾਂ ਅੱਜ ਦਾ ਲੈਕਚਰ ਸੀਗਾ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਕੀ ਹੈ, ਕਿਸ ਤਰ੍ਹਾਂ ਇਹ ਬਣਿਆ, ਕੀ ਇਸ ਦੇ ਫਾਇਦੇ ਨੇ, ਇਹ ਅਸੀਂ ਸਾਰਾ ਇਸ ਲੈਕਚਰ ਦੇ ਵਿੱਚ ਪੜ੍ਹਿਆ। ਜੇਕਰ ਲੈਕਚਰ ਸਮਝ ਆ ਰਹੇ ਹੈ, ਹੈਲਪ ਹੋ ਰਹੀ ਹੈ ਤਾਂ ਪਲੀਜ਼ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ। ਇਸ ਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜੋ ਮੈਂ ਪੜ੍ਹਾ ਰਹੀ ਹਾਂ ਉਸ ਦੀ ਹੈਲਪ ਹੋ ਰਹੀ ਹੈ। ਅੱਜ ਦੇ ਲਈ ਇੰਨਾ ਹੀ। ਅਗਲੇ ਲੈਕਚਰ ਦੇ ਵਿੱਚ ਅਸੀਂ ਕੋਈ ਹੋਰ ਕੰਸੈਪਟ ਕਵਰ ਕਰਾਂਗੇ। ਜੇਕਰ ਤੁਸੀਂ ਕੋਈ ਕੰਸੈਪਟ 'ਤੇ ਲੈਕਚਰ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਥੈਂਕ ਯੂ।